ਅੱਜ ਆਪਾਂ ਕਰਾਂਗੇ ਕਿ ਜਿਹੜੀ ਆਇਲਸ ਆ ਉਹਦੇ ਵਿੱਚ ਇੰਟਰੋਡਕਸ਼ਨ ਕਿਸ ਤਰ੍ਹਾਂ ਰਾਈਟ ਕਰਨੀ ਆ ਬੈਟਰ ਬੈਂਡਸ ਲਈ +7 ਦੇ ਲਈ ਆ ਮੋਸਟਲੀ। ਇਹ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਹੁੰਦੀ ਆ ਅਤੇ ਦੋ ਜਾਂ ਕੁਐਸਚਨ ਹੁੰਦੇ ਆ। 5 ਟਾਈਪਸ ਦੇ ਐਸੇ ਨੇ ਜਿਹੜੇ ਆਪਾਂ ਇਹਦੇ 'ਚ ਆਉਂਦੇ ਨੇ। ਮੈਂ 2 ਟਾਈਪਸ ਆਫ ਐਸੇਜ਼ ਨੂੰ ਇੰਟਰੋਡਕਸ਼ਨ ਲਿਖਣੀ ਦੱਸਾਂਗੇ। ਇੰਟਰੋਡਕਸ਼ਨ 'ਚ ਬੇਸਿਕਲੀ 3 ਸਟੇਟਮੈਂਟਸ ਹੁੰਦੀਆਂ ਨੇ। ਜਨਰਲ ਸਟੇਟਮੈਂਟ ਮਤਲਬ ਕਾਮਨ ਜਿਹੜਾ ਐਸੇ ਦਾ ਟੌਪਿਕ ਆ ਉਹਨੂੰ ਲਿੰਕ ਕਰਕੇ ਆਪਾਂ ਇੱਕ ਸਟੇਟਮੈਂਟ ਬਣਾਉਂਦੇ ਹਾਂ, ਉਹਦੇ ਰਿਲੇਟਿਡ ਸਾਡਾ ਵਿਊ ਕੀ ਆ। ਰੀਫਰੇਜ਼ ਮਤਲਬ ਉਸੇ ਸਟੇਟਮੈਂਟ ਨੂੰ ਆਪਣੀ ਲੈਂਗੁਏਜ 'ਚ ਲਿਖਣਾ ਹੈ, ਬਟ ਉਹ ਸਟੇਟਮੈਂਟ ਦਾ ਮੀਨਿੰਗ ਚੇਂਜ ਨਹੀਂ ਹੋਣਾ ਚਾਹੀਦਾ। ਠੀਕ ਆ, ਉਸ ਤੁਸੀਂ ਵਰਡ ਚੇਂਜ ਕਰ ਸਕਦੇ ਹੋ ਜਾਂ ਸਬਜੈਕਟ ਨੂੰ ਆਬਜੈਕਟ ਦੀ, ਜਿਵੇਂ ਆਪਣਾ ਪਹਿਲਾ ਸੈਂਟੈਂਸ ਸਬਜੈਕਟ ਹੁੰਦਾ, ਫਿਰ ਵਰਬ ਹੁੰਦਾ, ਫਿਰ ਆਬਜੈਕਟ ਹੁੰਦਾ। ਸਬਜੈਕਟ ਨੂੰ ਆਬਜੈਕਟ ਦੀ ਥਾਂ 'ਤੇ ਆਬਜੈਕਟ ਨੂੰ ਸਬਜੈਕਟ ਦੀ ਥਾਂ 'ਤੇ ਕਰ ਸਕਦੇ ਹੋ। ਜਾਂ ਜੇ ਸਿੰਪਲ ਪ੍ਰੈਜ਼ੈਂਟ ਟੈਂਸ ਦਿੱਤਾ ਤੁਸੀਂ ING ਕਰਕੇ ਯੂਜ਼ ਕਰ ਸਕਦੇ ਹੋ। ਇੰਪਰੂਵ ਨੂੰ ਇੰਪਰੂਵਿੰਗ ਯੂਜ਼ ਕਰ ਸਕਦੇ ਹੋ। ਡਿਵੈਲਪ ਨੂੰ ਡਿਵੈਲਪਿੰਗ ਯੂਜ਼ ਕਰ ਸਕਦੇ ਹੋ। ਇਸ ਵੇ ਨਾਲ ਵੀ ਤੁਸੀਂ ਉਸ ਨੂੰ ਚੇਂਜ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਹਰੇਕ ਵਰਡ ਦਾ ਸਿਨੋਨਿਮਸ ਹੀ ਲੈਣਾ ਹੈ, ਕਿਉਂਕਿ ਬਹੁਤ ਸਾਰੇ ਵਰਡਸ ਦੇ ਆਪਾਂ ਸਿਨੋਨਿਮਸ ਨਹੀਂ ਲੈ ਸਕਦੇ, ਕਿਉਂਕਿ ਉਹਦੇ ਨਾਲ ਐਸੇ ਜਿਹੜਾ ਮੀਨਿੰਗ ਉਹ ਚੇਂਜ ਹੋ ਜਾਂਦਾ ਹੈ ਔਰ ਉਸ ਥਾਂ 'ਤੇ ਉਹ ਵਰਡ ਐਪਰੋਪਰੀਏਟ ਵੀ ਨਹੀਂ ਹੁੰਦਾ। ਸੋ ਰੈਦਰ ਦੈਨ ਯੂਜ਼ਿੰਗ ਦਾ ਸਿਨੋਨਿਮਸ ਯੂ ਸ਼ੁਡ ਟਰਾਈ ਟੂ ਯੂਜ਼ ਦ ਡਿਫਰੈਂਟ ਕਾਈਂਡ ਦਾ ਸਟਰਕਚਰ ਫॉर ਰੀਫਰੇਜ਼ਿੰਗ ਦਾ ਸਟੇਟਮੈਂਟ। ਥੀਸਿਸ ਸਟੇਟਮੈਂਟ ਕੀ ਹੁੰਦਾ ਕਿ ਤੁਹਾਡਾ ਆਨਸਰ ਕੀ ਹੈ, ਮਤਲਬ ਜੇ ਐਡਵਾਂਟੇਜ ਡਿਸਐਡਵਾਂਟੇਜ ਆ ਉਹ ਥੀਸਿਸ ਸਟੇਟਮੈਂਟ 'ਚ ਜਾਣਗੇ। ਜੇ ਕੌਜ਼ਿਸ ਸੋਲਿਊਸ਼ਨ ਆ ਤਾਂ ਥੀਸਿਸ ਸਟੇਟਮੈਂਟ ਹੋਊਗੀ। ਬੋਥ ਵਿਊਜ਼ ਕੀ ਨੇ ਉਹ ਥੀਸਿਸ ਸਟੇਟਮੈਂਟ ਹੋਊਗੀ। ਲਿਖਣੇ ਕਿਵੇਂ ਮੈਂ ਤੁਹਾਨੂੰ ਦੱਸ ਰਹੇ ਹਾਂ। ਰਿਚ ਕੰਟਰੀਜ਼ ਆਰ ਗੈਟਿੰਗ ਰਿਚਰ, ਰਿਚ ਕੰਟਰੀਜ਼ ਆਰ ਗੈਟਿੰਗ ਰਿਚਰ ਵਾਈਲ ਪੂਅਰ ਕੰਟਰੀਜ਼ ਆਰ ਗੈਟਿੰਗ ਪੂਅਰ। ਮਤਲਬ ਇਹਦਾ ਕੀ ਆ ਕਿ ਰਿਚ ਅਤੇ ਪੂਅਰ ਕੰਟਰੀਜ਼ 'ਚ ਗੈਪ ਕੀ ਆ ਉਹ ਇਨਕਰੀਜ਼ ਹੋ ਰਿਹਾ। ਤਾਂ ਇਸੇ ਸਟੇਟਮੈਂਟ ਨੂੰ ਮੈਂ ਚੇਂਜ ਕਰਕੇ ਲਿਖਤਾ, ਬਟ ਇਹਦਾ ਮੀਨਿੰਗ ਸੇਮ ਰਹੂਗਾ। ਜਿਵੇਂ ਗੈਪ ਬਿਟਵੀਨ ਰਿਚ ਐਂਡ ਪੂਅਰ ਕੰਟਰੀਜ਼ ਇਜ਼ ਇਨਕਰੀਜ਼ਿੰਗ ਡੇ ਬਾਈ ਡੇ, ਤਾਂ ਇਸ ਸਟੇਟਮੈਂਟ ਨੂੰ ਕੀ ਹੋਊਗੀ ਰੀਫਰੇਜ਼। ਠੀਕ, ਉਸ ਤੋਂ ਬਾਅਦ ਉਹਨੇ ਕੀ ਪੁੱਛਿਆ ਵਾਟ ਇਜ਼ ਦ ਕੌਜ਼ਿਜ਼, ਮਤਲਬ ਇਹ ਕਿਉਂ ਹੋ ਰਿਹਾ ਕਿ ਰਿਚ ਕੰਟਰੀ ਰਿਚ ਹੋ ਰਹੀ ਹੈ, ਪੂਅਰ ਕੰਟਰੀ ਪੂਅਰ ਹੋ ਰਹੀ ਆ। ਅਤੇ ਵਾਟ ਕੁਡ ਬੀ ਡਨ ਟੂ ਸੋਲਵ ਦਿਸ ਪ੍ਰੋਬਲਮ, ਕੀ ਕਰਨਾ ਚਾਹੀਦਾ ਕਿ ਜਿਹੜੀ ਸੋਲਿਊਸ਼ਨ ਆ ਜਾਂ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕੇ। ਬੇਸਿਕਲੀ ਇਹ ਚਾਹੂਗੇ ਪੂਅਰ ਕੰਟਰੀਜ਼ ਕੀ ਕਰਨ ਕੋ ਰਿਚ ਕੰਟਰੀ ਦੇ ਬਰਾਬਰ ਚਲੇ ਜਾਣ। ਠੀਕ ਆ, ਉਸ ਤੋਂ ਬਾਅਦ ਮੇਰੀ ਥੀਸਿਸ ਸਟੇਟਮੈਂਟ ਹੈ, ਜਦੋਂ ਵੀ ਕੌਜ਼ਿਜ਼ ਲਿਖਣਾ ਤੁਸੀਂ ਲਿਖ ਸਕਦੇ ਦਿਸ ਇਜ਼ ਮੇਨਲੀ। ਉਸ ਤੋਂ ਬਾਅਦ ਬਿਕੋਜ਼ ਆਫ, ਦਿਸ ਇਜ਼ ਮੇਨਲੀ ਬਿਕੋਜ਼ ਆਫ। ਜੋ ਉਹਦੇ 2 ਕੌਜ਼ਿਜ਼ ਤੁਸੀਂ ਮੈਂਸ਼ਨ ਕਰਨੇ ਆ ਪੈਸੇਜ ਦੇ ਵਿੱਚ, ਉਹ 2 ਕੌਜ਼ਿਜ਼ ਤੁਸੀਂ ਲਿਖ ਦੇਣੇ ਆ। ਦਿਸ ਇਜ਼ ਮੇਨਲੀ ਬਿਕੋਜ਼ ਆਫ ਕਰਪਸ਼ਨ ਐਂਡ ਲੋ ਲੈਵਲ ਆਫ ਗਵਰਨੈਂਸ ਇਨ ਪੂਅਰ ਕੰਟਰੀਜ਼। ਇਹ ਤੋਂ ਬਾਅਦ ਮੈਂ ਇੱਕ ਲਾਈਨ ਮਿਸ ਕੀਤੀ ਹੈ, ਕਿਉਂਕਿ ਇਹ ਚੀਜ਼ ਤੁਸੀਂ ਵੀ ਕਰਦੇ ਹੋ ਜਿਸ ਕਰਕੇ ਤੁਹਾਡੇ ਬੈਂਡ ਨਹੀਂ ਆਉਂਦੇ। ਔਰ ਉਹ ਸਟੇਟਮੈਂਟ ਕੀ ਆ, ਕਿਉਂਕਿ ਮੈਂ ਰਿਚ ਕੰਟਰੀ ਬਾਰੇ ਕੁਛ ਮੈਂਸ਼ਨ ਨਹੀਂ ਕੀਤਾ, ਮੈਂ ਸਿਰਫ ਪੂਅਰ ਕੰਟਰੀ ਬਾਰੇ ਮੈਂਸ਼ਨ ਕਰਕੇ ਛੱਡਤਾ। This is mainly because of corruption and low level of governance in poor country, which is quite, या फिर लिख लो whereas in case of rich countries level of governance is high and corruption is too less। ठीक है, ਇਹ ਤੋਂ ਮਤਲਬ ਪਤਾ ਲੱਗ ਗਿਆ ਕਿ ਇਹਨਾਂ 2 ਕਾਰਨਾਂ ਕਰਕੇ ਜਿਹੜੀ ਸਾਡੀ ਗੈਪ ਆ ਰਿਚ ਤੇ ਪੂਅਰ ਕੰਟਰੀਜ਼ ਦੇ ਵਿੱਚ ਇਨਕਰੀਜ਼ ਹੋ ਰਹੀ। ਮੈਂ ਦੁਬਾਰਾ ਦੱਸ ਦਿੰਦਾ, ਦਿਸ ਇਜ਼ ਮੇਨਲੀ ਬਿਕੋਜ਼ ਆਫ ਕਿਹਦੇ ਕਰਕੇ, ਕਰਪਸ਼ਨ ਤੇ ਲੋ ਲੈਵਲ ਆਫ ਗਵਰਨੈਂਸ ਇਨ ਪੂਅਰ ਕੰਟਰੀ, ਵੇਅਰ ਐਜ਼ ਜਦ ਕਿ ਜਿਹੜੇ ਰਿਚ ਕੰਟਰੀਜ਼ ਆ, ਵੇਅਰ ਐਜ਼ ਇਨ ਰਿਚ ਕੰਟਰੀਜ਼ ਲੈਵਲ ਆਫ ਗਵਰਨੈਂਸ ਇਜ਼ ਹਾਈ ਐਂਡ ਕਰਪਸ਼ਨ ਇਜ਼ ਟੂ ਮੱਚ ਲੋ। ਤਾਂ ਇਹਦਾ ਮਤਲਬ ਮੈਂ 2 ਕਾਰਨ ਦਿੱਤੇ ਕਿ ਕਰਪਸ਼ਨ ਅਤੇ ਜਿਹੜੀ ਪੂਅਰ ਗਵਰਨੈਂਸ ਉਹ ਕਾਰਨ ਆ ਜਿਹਦੇ ਕਰਕੇ ਜਿਹੜਾ ਗੈਪ ਆ ਰਿਚ ਅਤੇ ਪੂਅਰ ਕੰਟਰੀਜ਼ ਦੇ ਵਿੱਚ ਇਨਕਰੀਜ਼ ਹੋ ਰਿਹਾ। ਇਸੇ ਤਰ੍ਹਾਂ ਤੁਸੀਂ ਕਾਰਨ ਲਿਖਣਾ। ਸੋ ਜਦੋਂ ਵੀ ਤੁਹਾਨੂੰ ਕੋਈ ਐਸੇ ਦਾ ਕੌਜ਼ਿਜ਼ ਦਾ ਜਾਂ ਸੋਲਿਊਸ਼ਨ ਦਾ ਐਸੇ ਆਉਂਦਾ, ਤੁਸੀਂ ਇਹ ਚੀਜ਼ ਕਾਪੀ ਕਰ ਸਕਦੇ, ਦਿਸ ਇਜ਼ ਮੇਨਲੀ ਬਿਕੋਜ਼ ਆਫ। ਉਸ ਤੋਂ ਬਾਅਦ ਤੁਸੀਂ ਆਪਣੇ ਪੁਆਇੰਟ ਲਿਖਣੇ ਆ। ਉਸ ਤੋਂ ਬਾਅਦ ਅਗਲਾ ਆ ਗਿਆ ਲਿੰਕਿੰਗ ਵਰਡ, ਦਿਸ ਕੁਡ ਬੀ ਟੈਕਲਡ। ਹਾਊ ਦਿਸ ਕੁਡ ਬੀ ਸੋਲਵਡ, ਦਿਸ ਕੁਡ ਬੀ ਟੈਕਲਡ। ਠੀਕ ਹੈ, ਦਿਸ ਕੁਡ ਬੀ ਟੈਕਲਡ ਕਿਸ ਤਰ੍ਹਾਂ, ਬਾਈ ਇੰਪਲੀਮੈਂਟਿੰਗ ਸਟ੍ਰਿਕਟ ਲਾਜ਼ ਐਂਡ ਰਿਫੋਰਮਸ ਇਨ ਪੂਅਰ ਕੰਟਰੀਜ਼। ਇਹ ਵੀ ਮੈਂ ਮਿਸਿੰਗ ਕੀਤਾ ਸੀ ਜਾਣ ਬੁੱਝ ਕੇ। ਇਨ ਪੂਅਰ ਕੰਟਰੀਜ਼, ਪੂਅਰ ਕੰਟਰੀਜ਼ ਦੇ ਵਿੱਚ ਸਟ੍ਰਿਕਟ ਲਾਜ਼ ਅਤੇ ਰਿਫੋਰਮਸ ਲਾਗੂ ਕਰਕੇ ਅਸੀਂ ਜਿਹੜੀ ਗਵਰਨੈਂਸ ਉਹਨੂੰ ਵੀ ਇੰਪਰੂਵ ਕਰ ਸਕਦੇ ਹਾਂ ਅਤੇ ਕਰਪਸ਼ਨ ਨੂੰ ਵੀ ਘਟਾ ਸਕਦੇ ਹਾਂ। ਇਸ ਤਰ੍ਹਾਂ ਇਹ ਪ੍ਰੋਬਲਮ ਕੀ ਹੋ ਜਾਊਗੀ ਸੋਲਵ। ਇਹ ਵੇ ਆ ਕੌਜ਼ਿਜ਼ ਦੇ ਸੋਲਿਊਸ਼ਨ ਦੇ ਐਸੇ ਨੂੰ ਲਿਖਣ ਦਾ। ਔਰ ਹਰੇਕ ਚੀਜ਼ 'ਚ ਤੁਸੀਂ ਸਟੇਟਮੈਂਟ ਰੀਫਰੇਜ਼ ਇਸੇ ਤਰ੍ਹਾਂ ਕਰਨੀ। ਥੀਸਿਸ ਸਟੇਟਮੈਂਟ ਤੁਹਾਡੇ ਇਸ ਟੌਪਿਕ 'ਤੇ ਡਿਪੈਂਡ ਕਰੂਗੀ। ਕੌਜ਼ਿਜ਼ ਸੋਲਿਊਸ਼ਨ ਪੁੱਛੇ ਆ, ਐਡਵਾਂਟੇਜ ਡਿਸਐਡਵਾਂਟੇਜ ਪੁੱਛੇ ਆ, ਬੋਥ ਵਿਊਜ਼ ਪੁੱਛੇ, ਕੀ ਪੁੱਛੇ। ਕੌਜ਼ਿਜ਼ ਸੋਲਿਊਸ਼ਨ ਦੇ ਤੁਸੀਂ ਪੁਆਇੰਟਸ ਕੱਢ ਲਏ। ਹੁਣ ਲਿਖਣਾ ਆ ਕਿ ਅਸੀਂ ਐਡਵਾਂਟੇਜ ਅਤੇ ਡਿਸਐਡਵਾਂਟੇਜ ਕਿਸ ਤਰ੍ਹਾਂ ਲਿਖਣੇ ਆ। ਮੋਰ ਐਂਡ ਮੋਰ ਬਿਜ਼ਨਸਿਸ ਐਜ਼ ਵੈਲ ਐਜ਼ ਇੰਡੀਵਿਜੂਅਲਸ ਆਰ ਚੂਜ਼ਿੰਗ ਟੂ ਕਮਿਊਨੀਕੇਟ ਈਦਰ ਪ੍ਰੋਫੈਸ਼ਨਲੀ ਔਰ ਸੋਸ਼ਲੀ ਯੂਜ਼ਿੰਗ ਟੈਕਨੋਲੋਜੀ ਰੈਦਰ ਦੈਨ ਬੀਂਗ ਫੇਸ ਟੂ ਫੇਸ। ਮਤਲਬ ਜ਼ਿਆਦਾ ਤੋਂ ਜ਼ਿਆਦਾ ਲੋਕ ਅਤੇ ਬਿਜ਼ਨਸ ਹਾਊਸਿਸ ਕੀ ਕਰਦੇ, ਕਮਿਊਨੀਕੇਟ ਕਰਦੇ ਟੈਕਨੋਲੋਜੀ ਦੀ ਮਦਦ ਦੇ ਨਾਲ। ਫੇਸ ਟੂ ਫੇਸ ਨਹੀਂ ਅੱਜ ਕੱਲ੍ਹ ਕਮਿਊਨੀਕੇਟ ਕਰ ਰਹੇ ਇੱਕ ਦੂਜੇ ਨਾਲ। ਉਹਦਾ ਫਾਇਦਾ ਕੀ ਹੈ ਅਤੇ ਉਹਦੇ ਨੁਕਸਾਨ ਕੀ ਹੈ। ਠੀਕ ਹੈ, ਤੁਸੀਂ ਇਹੀ ਜਾਂ ਤਾਂ ਇੱਥੇ ਚੇਂਜ ਕਰ ਲਓ ਕਿ ਇਨ ਟੂਡੇਜ਼ era ਬਿਜ਼ਨਸ ਹਾਊਸਿਸ ਐਜ਼ ਵੈਲ ਐਜ਼ ਪੀਪਲ ਪ੍ਰੈਫਰ ਟੈਕਨੋਲੋਜੀ ਫॉर ਕਮਿਊਨੀਕੇਸ਼ਨ ਪਰਪਸ ਫॉर बोथ प्रोफेशनल एंड जो भी मर्जी।
पर मैं की करांगे कि मैं जिहड़ा ऑब्जैक्ट आ उहनूं सबजैक्ट की थां ते लै जाना। हुण मैं इहदे विच की कर रहे हाँ कि जिहड़ा यूजिंग टैक्नोलॉजी वर्ड ऑब्जैक्ट उहनूं स्टार्टिंग ते लै जाना, बाकी सेंटेंस नूं बैकवर्ड ते ले आना। मैं सिनोनिम्स नहीं यूज़ करांगे, मैं सेंटेंस स्ट्रक्चर चेंज करांगे। मैं क्या किया यूजिंग टैक्नोलॉजी, टैक्नोलॉजी नूं किस चीज़ लिए यूज़ करें, कम्युनिकेशन लिए। यूजिंग टैक्नोलॉजी फॉर कम्युनिकेशन, फॉर हुंदा लई, यूजिंग टैक्नोलॉजी फॉर कम्युनिकेशन की हो गया, कॉमन हो गया, हैज़ नाउ बिकम कॉमन किहदे विचकार, अमंग बिजनेस हाउसिस एंड पीपल। किस चीज़ लिए, बोथ फॉर प्रोफैशनल एज वैल एज परसनल परपसिस। ठीक है, मैं की कीता कि जिहड़े वर्ड्स ने वो अगे पिछे कर ले, स्टेटमेंट का मतलब सेम आ कि वो टैक्नोलॉजी यूज़ कर लिया कम्युनिकेट करने लिए। कौन यूज़ करता, पीपल ते बिजनेस हाउसिस। किस परपस लिए यूज़ करते, प्रोफैशनल ते परसनल। चल गया ना, प्रोफैशनल ते सोसाइटी। सिनोनिम्स नहीं मैं यूज़ किए, मैं स्ट्रक्चर चेंज करता, उस स्टेटमेंट नूं भी रीफ्रेज ही कहते हैं। ठीक आ, और ये नाल थोड़े बैंड आएंगे। ठीक, हुण उन्हें क्या पूछा एडवांटेज, एडवांटेज था मैं क्या लिखांगे, इट एड। ठीक है, इट सर्टनली एड्स इन, मतलब टैक्नोलॉजी का फायदा क्या है, इन सेविंग टाइम एंड इन कम्युनिकेटिंग विद एनी वन ऑल ओवर द वर्ल्ड। ये मैं की लिखते दो बेनीफिट, तुसीं जदों भी बेनीफिट्स वाला तो एडवांटेज वाला डिसएडवांटेज वाला ऐसे उत्थे लिख सकते हो, इट सर्टनली एड। अगर फ्यूचर च एडवांटेज मिले, इट वुड सर्टनली एड या इट वुड सर्टनली हैल्प्स। ठीक, उस तो बाद ड्रॉबैक्स भी ने, इसलिए मैं कॉमा पाया। हाउएवर इट हैज़ सम ड्रॉबैक्स टू, तुसीं चाहो तो इत्थे टू ड्रॉबैक्स भी मैंशन कर सकते हो। हाउएवर इट इज़ नॉट यूज फॉर दैट एंड दैट परपस, या फिर इत्थे लिख के छड़ सकते हो हाउएवर इट हैज़ सम ड्रॉबैक्स टू। ये उदों यूज़ करना जो तुहानूं लगे कि जिहड़ी थोड़ी इंट्रोडक्शन है वो काफ़ी लेंथी हो रही है, क्योंकि जिहड़ी इंट्रोडक्शन है वो 50 वर्ड्स तो 50-60 वर्ड्स तो ज़्यादा नहीं होनी चाहिए। सो इस करके मैं इस पैरे नूं इत्थे छड्डता, हाउएवर इट हैज़ सम ड्रॉबैक्स टू। ठीक, पहला मैं थोड़ा एडवांटेज डिसएडवांटेज मतलब पूरे करावांगे कि इंट्रोडक्शन किस तरह लिखनी है। दो टाइप्स की कर ली, दो दी अगले वीडियो च करांगे, दो दी नैक्सट वीडियो च करांगे। उस तो बाद किस तरह BP1 BP2 हरेक टाइप ऑफ ऐसे स्टार्ट करना, किस तरह कनक्लूजन स्टार्ट करना वो भी मैं दसांगी। अगर तुसीं अपनी राइटिंग इंप्रूव करना चाहते हो, स्टे कनैक्टेड, सबसक्राइब द चैनल।